ਅੱਜ ਜੋ ਵਰਤਾਰਾ ਵਾਪਰਿਆ ਉਹਦੇ ਤੋਂ ਬਾਅਦ ਸਿੱਖਾਂ ਦੇ ਪ੍ਰਤੀ ਮੁਸਲਮਾਨ ਭਾਈਚਾਰੇ ਦੇ ਮਨਾਂ ਦੇ ਵਿੱਚ ਪਿਆਰ ਹੋਰ ਵੀ ਵੱਧ ਗਿਆ ਹੈ। ਗੁਰੂ ਘਰਾਂ ਦੇ ਵਿੱਚ ਨਮਾਜ਼ ਅਦਾ ਹੁੰਦੀ ਤੁਸੀਂ ਸਾਰਿਆਂ ਨੇ ਵੇਖੀ ਹੋਵੇਗੀ, ਸੁਣੀ ਹੋਵੇਗੀ। ਮੁਸਲਮਾਨ ਸਿੱਖਾਂ ਦੇ ਆਪਸੀ ਭਾਈਚਾਰਕ ਸਾਂਝ ਦੀਆਂ ਗੱਲਾਂ ਵੀ ਬਹੁਤ ਸੁਣੀਆਂ ਹੋਣਗੀਆਂ, ਪਰ ਅੱਜ ਜੋ ਵਰਤਾਰਾ ਵਾਪਰਿਆ ਉਹਦੇ ਤੋਂ ਬਾਅਦ ਸਿੱਖਾਂ ਦੇ ਪ੍ਰਤੀ ਮੁਸਲਮਾਨ ਭਾਈਚਾਰੇ ਦੇ ਮਨਾਂ ਦੇ ਵਿੱਚ ਪਿਆਰ ਹੋਰ ਵੀ ਵੱਧ ਗਿਆ ਹੈ। ਭਾਵੇਂ ਕਿ ਇਹ ਗੱਲ ਵੀ 16 ਆਨੇ ਸੱਚ ਹੈ ਕਿ ਗੁਰੂ ਸਾਹਿਬਾਨਾਂ ਦੇ ਵੇਲੇ ਜਿਹੜੇ ਮੁਗਲ ਸ਼ਾਸਕ ਸੀ ਉਹ ਸਿੱਖਾਂ ਦੇ ਵਿਰੋਧੀ ਸਨ, ਉਹ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੁੰਦੇ ਸੀ, ਉਹਨਾਂ ਦੇ ਦੁਸ਼ਮਣ ਸਨ ਤੇ ਖੁਦ ਉਹ ਦੀਨ ਇਸਲਾਮ ਦੇ ਪੈਰੋਕਾਰ ਸਨ। ਤੇ ਉਹਨਾਂ ਮੁਗਲ ਸ਼ਾਸਕਾਂ ਦੇ ਹੁਕਮ ਤੇ ਹੀ ਬਹੁਤ ਸਾਰੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਗੁਰੂ ਸਾਹਿਬਾਨਾਂ ਦੀਆਂ ਵੀ ਸ਼ਹਾਦਤਾਂ ਹੋਈਆਂ। ਪਰ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਕਿਸੇ ਮੁਸਲਮਾਨ ਦੇ ਪ੍ਰਤੀ ਨਫ਼ਰਤ ਜਾਂ ਫਿਰ ਦੁਸ਼ਮਣੀ ਦਿਖਾਈ ਹੋਵੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀ ਜੇਕਰ ਗੱਲ ਕਰ ਲਈਏ ਤਾਂ ਉਹਨਾਂ ਦੇ ਬਹੁਤ ਸਾਰੇ ਮੁਸਲਮਾਨ ਸ਼ਰਧਾਲੂ ਸਨ, ਹਿੰਦੂ ਵੀ ਸਨ। ਜਿਹੜੇ ਹੁਣ ਪੀਰ ਬੁੱਧੂ ਸ਼ਾਹ ਜੀ ਖੁਦ ਮੁਸਲਮਾਨ ਸੀ ਤੇ ਉਹਨਾਂ ਨੇ ਆਪਣੇ ਪੁੱਤਰਾਂ ਸਮੇਤ ਆਪਣੇ ਮੁਰੀਦ ਵੀ ਜਿਹੜੇ ਸੀ ਉਹ ਗੁਰੂ ਸਾਹਿਬ ਤੋਂ ਨਿਸ਼ਾਵਰ ਕਰ ਦਿੱਤੇ ਸੀ, ਇੰਨਾ ਪਿਆਰ ਕਰਦੇ ਸੀ ਉਹ ਗੁਰੂ ਸਾਹਿਬ ਨੂੰ। ਫਿਰ ਗਨੀ ਖਾਨ ਤੇ ਨਬੀ ਖਾਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦਾ ਰੁਤਬਾ ਦਿੱਤਾ। ਸਿੱਖਾਂ ਦੇ ਵਿੱਚ ਤੇ ਇਸਲਾਮ ਵਿੱਚ ਇਹਨਾਂ ਦੋਹਾਂ ਧਰਮਾਂ ਦੇ ਵਿੱਚ ਇੱਕ ਸਾਂਝ ਦਾ ਸਿਧਾਂਤ ਹੈ, ਉਹ ਇਹ ਕਿ ਦੋਹੇ ਹੀ ਇੱਕ ਅਕਾਲ ਪੁਰਖ ਜਾਂ ਫਿਰ ਇੱਕ ਅੱਲਾ ਦੇ ਉਪਾਸ਼ਕ ਹਨ। ਤੇ ਇਸੇ ਸਾਂਝ ਦੇ ਵਿੱਚ ਇੱਕ ਨਵਾਂ ਪੰਨਾ ਉਦੋਂ ਜੁੜ ਗਿਆ ਜਦੋਂ ਪਿੰਡ ਭਲੂਰ ਜ਼ਿਲ੍ਹਾ ਮੋਗਾ ਵਿਖੇ 1947 ਤੋਂ ਪਹਿਲਾਂ ਦੀ ਪੁਰਾਤਨ ਮਸਜਿਦ ਨੂੰ ਦੁਬਾਰਾ ਤੋਂ ਤਿਆਰ ਕਰਵਾਉਣ ਦੀ ਗੱਲ ਤੁਰੀ ਅਤੇ ਮੁਸਲਮਾਨ ਭਾਈਚਾਰੇ ਦੇ ਵੱਲੋਂ ਇਸ ਵਾਸਤੇ ਇੱਕ ਸਮਾਗਮ ਵੀ ਰੱਖਿਆ ਗਿਆ। ਪਰ ਹੋਇਆ ਇਸ ਤਰ੍ਹਾਂ ਕਿ 1947 ਤੋਂ ਪਹਿਲਾਂ ਦੀ ਇਸ ਮਸਜਿਦ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਸਮੇਂ ਜ਼ਬਰਦਸਤ ਮੀਂਹ ਦੇ ਕਰਕੇ ਪੰਡਾਲ ਖਰਾਬ ਹੋ ਗਿਆ। ਅਜਿਹੇ ਵਿੱਚ ਫਿਰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਿੰਘ ਉੱਥੇ ਪੁੱਜੇ। ਉਹਨਾਂ ਨੇ ਮੁਸਲਮਾਨ ਭਰਾਵਾਂ ਨੂੰ ਕਿਹਾ ਕਿ ਤੁਸੀਂ ਆਪਣਾ ਸਮਾਗਮ ਗੁਰੂ ਘਰ ਯਾਨੀ ਕਿ ਗੁਰਦੁਆਰਾ ਸਾਹਿਬ ਵਿਖੇ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਇੱਕ ਮੋਟਰਸਾਈਕਲ ਤੇ 2 ਸਿੱਖ ਤੇ ਉਹਨਾਂ ਵਿਚਕਾਰ ਮੁਸਲਿਮ ਬੈਠੇ ਨੇ ਤੇ ਨਾਲ ਹੀ ਤਸਵੀਰ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਬੈਨਰ ਲੱਗਾ ਹੋਇਆ ਹੈ, ਉਹਦੇ ਉੱਤੇ ਮਸਜਿਦ ਦੇ ਉਦਘਾਟਨ ਦਾ ਪ੍ਰੋਗਰਾਮ ਛਪਿਆ ਹੋਇਆ ਹੈ। ਇਹਦੇ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਵੱਲੋਂ ਇਹ ਸਾਰਾ ਪ੍ਰੋਗਰਾਮ ਮਸਜਿਦ ਦੇ ਉਦਘਾਟਨ ਦਾ ਨੀਂਹ ਪੱਥਰ ਦਾ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਕੀਤਾ ਗਿਆ। ਸਭ ਤੋਂ ਪਹਿਲਾਂ ਬਾਈ ਜੀ ਮੈਂ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ, ਸਰਪੰਚ ਸਾਹਿਬ ਦਾ, ਪੰਚ ਸਾਹਿਬਾਨਾਂ ਦਾ, ਕਿਉਂਕਿ ਅਸਲ ਜਿਹੜੇ ਮੁਬਾਰਕਬਾਦ ਦੇ ਹੱਕਦਾਰ ਨੇ ਉਹ ਸਾਡੇ ਨਗਰ ਨਿਵਾਸੀ ਨੇ ਭਲੂਰ ਦੇ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਜੀ ਅਸੀਂ 1947 ਤੋਂ ਬਾਅਦ ਭਲੂਰ ਜੋ ਸਾਡਾ ਜੱਦੀ ਪਿੰਡ ਹੈ ਇੱਥੇ ਅਸੀਂ ਮੁਹੰਮਦੀ ਮਸਜਿਦ ਜਿਹੜਾ ਉਹਦਾ ਅੱਜ ਤੋਂ ਤਾਮੀਰ ਸ਼ੁਰੂ ਕਰਨੀ ਸੀ। ਪਰ ਜਿਹੜਾ ਰੱਬ ਨੇ ਚਾਹਿਆ ਕਿ ਸਾਡਾ ਓਪਨ ਵਿੱਚ ਟੈਂਟ ਲੱਗਿਆ ਹੋਇਆ ਸੀ। ਤਕਰੀਬਨ ਰਾਤ 3 ਵਜੇ ਤੋਂ ਸਵੇਰੇ ਬਾਰਿਸ਼ ਹੋ ਰਹੀ ਸੀ ਤੇ ਸਾਨੂੰ ਲੱਗ ਹੀ ਨਹੀਂ ਰਿਹਾ ਸੀਗਾ ਵੀ ਇਹ ਜਿਹੜਾ ਪ੍ਰੋਗਰਾਮ ਆ ਸਾਡਾ ਮੁਕੰਮਲ ਹੋ ਸਕੂਗਾ। ਸਾਡੇ ਖਸੂਸੀ ਮਹਿਮਾਨ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਜੋ ਕਿ ਨਾਇਬ ਸ਼ਾਹੀ ਇਮਾਮ ਨੇ ਪੰਜਾਬ ਦੇ, ਉਹ ਸਾਡੇ 'ਚ ਪਹੁੰਚ ਰਹੇ ਸੀ ਤੇ ਦਿਲ ਦੀਆਂ ਧੜਕਣਾਂ ਵੀ ਵੱਧ ਰਹੀਆਂ ਸੀ ਤੇ ਲੱਗ ਨਹੀਂ ਰਿਹਾ ਸੀ ਕਿ ਪ੍ਰੋਗਰਾਮ ਹੋਊਗਾ। ਪਰ ਐਂਡ ਮੌਕੇ ਤੇ ਪਿੰਡ ਭਲੂਰ ਵਿਖੇ 6 ਗੁਰਦੁਆਰਾ ਸਾਹਿਬ ਨੇ, ਉਹਨਾਂ ਵਿੱਚੋਂ ਪਿੰਡ ਦੇ ਪਤਵੰਤੇ ਸੱਜਣਾ ਨੇ ਸਾਨੂੰ ਕਿਹਾ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਜਿਹੜੇ ਕਿ ਗੁਰਦੁਆਰਾ ਸਾਹਿਬ ਦਾ ਨਾਂ ਹੈਗਾ ਗੁਰਦੁਆਰਾ ਸਤਸੰਗ ਸਾਹਿਬ, ਉੱਥੇ ਆ ਕੇ ਤੁਸੀਂ ਪ੍ਰੋਗਰਾਮ ਕਰੋ। ਦਿਲ ਨੂੰ ਖੁਸ਼ੀ ਵੀ ਬਹੁਤ ਹੋਈ। ਚਲੋ ਸਾਡੀ ਜਗ੍ਹਾ ਦਾ ਤਾਂ ਅਰੇਂਜਮੈਂਟ ਹੋ ਗਿਆ ਤੇ ਅਸੀਂ ਜਦੋਂ ਗੁਰਦੁਆਰਾ ਸਾਹਿਬ ਗਏ ਤੇ ਬਾਹਰ ਲੰਗਰ ਹਾਲ ਸੀ ਬਹੁਤ ਵੱਡਾ। ਸਾਨੂੰ ਤਾਂ ਇਹ ਲੱਗ ਰਿਹਾ ਸੀ ਸ਼ਾਇਦ ਵੀ ਉਹ ਜਿਹੜਾ ਲੰਗਰ ਹਾਲ 'ਚ ਹੀ ਸਾਰਾ ਪ੍ਰੋਗਰਾਮ ਰੱਖਿਆ ਜਾਣਾ, ਪਰ ਜਦੋਂ ਗ੍ਰੰਥੀ ਸਾਹਿਬ ਆਏ ਕਹਿੰਦੇ ਵੀ ਹਾਂਜੀ ਆਪਣਾ ਜਿਹੜਾ ਪ੍ਰੋਗਰਾਮ ਹੈਗਾ ਜਿੱਥੇ ਆਪਣੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਆਪਾਂ ਪ੍ਰੋਗਰਾਮ ਉੱਥੇ ਕਰਨਾ। ਦਿਲ ਨੂੰ ਖੁਸ਼ੀ ਵੀ ਬਹੁਤ ਹੋਈ ਕਿਉਂਕਿ ਇਹ ਜਿਹੜੀ ਇੱਕ ਸਾਂਝਤਾ ਦਾ ਇੱਕ ਨਿਸ਼ਾਨੀ ਬਣ ਰਹੀ ਸੀ, ਇੱਕ ਉਦਾਹਰਣ ਬਣ ਰਹੀ ਸੀ। ਉਹ ਜਿਹੜਾ ਪ੍ਰੋਗਰਾਮ ਸੀ ਅੰਦਰ ਹੋਇਆ। ਹੈਰਾਨੀ ਜਾਣੋ ਉਦੋਂ ਹੋਈ ਜਦੋਂ ਅਸੀਂ ਦੇਖਿਆ ਕਿ ਸਾਰੇ ਦਾ ਸਾਰਾ ਪਿੰਡ ਸਾਡੇ ਨਾਲ ਮੋਢਾ ਲਾ ਕੇ ਖੜਾ ਤੇ ਉੱਥੇ ਗੁਰਦੁਆਰਾ ਸਾਹਿਬ ਅੰਦਰ ਇਕੱਠ ਪੂਰਾ ਹੋ ਗਿਆ, ਪੂਰਾ ਗੁਰਦੁਆਰਾ ਸਾਹਿਬ ਭਰਿਆ ਸੀ ਤੇ ਇੱਥੋਂ ਤੱਕ ਨਹੀਂ ਹੱਲਾਸ਼ੇਰੀ ਤਾਂ ਬਹੁਤ ਮਿਲ ਰਹੀ ਸੀ। ਪਰ ਜਦੋਂ ਅਸੀਂ ਮਸਜਿਦ ਲਈ ਪੈਸੇ ਇਕੱਠੇ ਕਰਦੇ ਹੁੰਨੇ ਅਸੀਂ ਉਸ ਗੱਲ ਨੂੰ ਐਲਾਨ ਕਰਦੇ ਹੁੰਨੇ ਵੀ ਜਿਹਨੇ ਵੀ ਆਪਣਾ ਸਹਿਯੋਗ ਪਾਉਣਾ, ਕਿਉਂਕਿ ਧਾਰਮਿਕ ਜਗ੍ਹਾ ਹੈ, ਇੱਕ ਬੰਦੇ ਦੇ ਸਹਿਯੋਗ ਨਾਲ ਨਹੀਂ ਬਣਦੀ, ਸਾਰਿਆਂ ਦੇ ਸਹਿਯੋਗ ਨਾਲ ਬਣਦੀ ਹੈ। ਤਕਰੀਬਨ ਮੁਸਲਿਮ ਭਾਈਚਾਰਾ ਵੀ ਬਹੁਤ ਜ਼ਿਲ੍ਹਿਆਂ 'ਚੋਂ ਇਕੱਠੇ ਹੋਏ ਸੀ, ਉੱਥੇ ਆਏ ਹੋਏ ਸੀਗੇ, ਉਹਨਾਂ ਦਾ ਵੀ ਦਿਲ ਬੜੇ ਗਦਗਦ ਹੋ ਰਹੇ ਸੀ। ਪਰ ਜਦੋਂ ਅਸੀਂ ਦੇਖਿਆ, ਅਸੀਂ ਐਲਾਨ ਕੀਤਾ ਵੀ ਜੋ ਆਪਣਾ ਕੋਈ ਸਹਿਯੋਗ ਦੇਣਾ ਚਾਹੁੰਦੇ ਦੇ ਸਕਦਾ ਹੈਗਾ।
ਇਸ ਸਾਂਝੇ ਕੰਮ ਲਈ। ਤਾਂ ਅਸੀਂ ਦੇਖਿਆ ਕਿ ਪਿੰਡ ਵਾਲਿਆਂ 'ਚ ਇੰਨਾ ਉਤਸ਼ਾਹ ਸੀ ਜਦੋਂ ਉਹਨਾਂ ਨੇ ਸਾਨੂੰ ਇੱਟਾਂ ਦਾ, ਸੀਮੈਂਟ ਦਾ, ਆਪਦੇ ਵੱਲੋਂ ਪੈਸਿਆਂ ਦਾ ਵੱਧ ਤੋਂ ਵੱਧ ਚੜ ਕੇ ਉਹਨਾਂ ਨੇ ਸਾਨੂੰ ਦਾਨ ਦਿੱਤਾ। ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੁਣ 1 ਸਾਲ ਤੋਂ ਵੱਧ ਟਾਈਮ ਲੱਗੂਗਾ ਇਹ ਮੁਹੰਮਦੀ ਮਸਜਿਦ ਨੂੰ ਕੰਪਲੀਟ ਕਰਨ ਲਈ। ਤੇ ਨਾਲ ਦੀ ਨਾਲ ਮੈਂ ਬਹੁਤ ਸਾਰਾ ਜਿਹੜਾ ਮੁਹੰਮਦੀ ਮਸਜਿਦ ਦੀ ਪੂਰੀ ਟੀਮ ਹੈ, ਜਿਹੜੀ ਕਮੇਟੀ ਹੈ, ਉਹਨਾਂ ਵੱਲੋਂ ਮੈਂ ਧੰਨਵਾਦ ਕਰਦਾ, ਪਿੰਡ ਨਿਵਾਸੀਆਂ ਦਾ, ਪੰਚ ਸਾਹਿਬਾਨਾਂ ਦਾ, ਸਾਰੇ ਗੁਰਦੁਆਰਾ ਵਿੱਚ ਜਿਹੜੀ ਸਾਧ ਸੰਗਤ ਸੀ, ਉੱਥੋਂ ਦੇ ਗ੍ਰੰਥੀ ਸਾਹਿਬਾਨਾਂ ਦਾ, ਨਾਲੇ ਖਾਸ ਤੌਰ ਤੇ ਸਾਡੇ ਸਰਪੰਚ ਸਾਹਿਬ ਦਾ, ਜਿਨ੍ਹਾਂ ਨੇ ਅੱਗੇ ਲੱਗ ਕੇ ਇਹ ਜਿਹੜਾ ਸਾਰਾ ਪ੍ਰੋਗਰਾਮ ਸੀ ਸਾਡੇ ਨਾਲ ਖੜੇ ਹੋ ਕੇ ਉਹਨਾਂ ਨੇ ਸਾਰਾ ਜਿਹੜਾ ਪ੍ਰੋਗਰਾਮ ਨੂੰ ਕੰਪਲੀਟ ਕਰਾਇਆ। ਉਸ ਤੋਂ ਬਾਅਦ ਅਸੀਂ ਉਸਮਾਨ ਜੀ ਸਾਡੇ ਜਿਹੜੇ ਮੁੱਖ ਮਹਿਮਾਨ ਸੀ ਸਾਡੇ ਵਿੱਚ ਆਏ, ਉਹ ਵੀ ਇੰਨਾ ਖੁਸ਼ ਹੋਏ ਤੇ ਉਹਨਾਂ ਨੇ ਅੱਲਾਹ ਤਾਲਾ ਨੂੰ ਸਾਰੇ ਨਿਵਾਸੀਆਂ ਲਈ, ਸਾਰੇ ਪੰਜਾਬ ਲਈ ਦੁਆ ਕੀਤੀ ਕਿ ਜਿਹੜਾ ਭਾਈਚਾਰਾ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਹੈ। ਤੇ ਮੈਂ ਤੁਹਾਨੂੰ ਬਸ ਜਵਾਬ ਨਹੀਂ ਦੇ ਸਕਦਾ ਕਿ ਕਿੰਨਾ ਖੁਸ਼ ਹੈ। ਪਿੰਡ ਭਲੂਰ ਦੀ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਲਈ ਅੱਜ ਦਾ ਜਿਹੜਾ ਮੁੱਖ ਸਮਾਗਮ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਹੋ ਰਿਹਾ ਹੈ ਤੇ ਇਹ ਸਭ ਤੋਂ ਬੜੀ ਗੱਲ ਹੈ। किसी ने क्या है कि एक यकीन था दिल में कि खुदा तो सुनता है जब कोई दूसरा नहीं सुनता। बिलाखिर मुझ पे ये राज खुला, क्या वो सुनता है क्या नहीं सुनता। वो समीओ बसीर है लेकिन बेअमल की दुआ नहीं सुनता। ये फैसला है दीन फितरत का, फितरत कहने अपन नेचर नो। ये फैसला है दीन फितरत का कि बुज़दिलों की खुदा नहीं सुनता। आज दे इस प्रोग्राम दे विच मेरे बहुत ही अजीज जनाब अब्दुल सत्तार लिबरा साहब और जनाब मोफर साहब मुस्लिम फ्रंट पंजाब दे और बाकी सारे पतवंते बैठे हैं। मानू के गिल तो मौलाना साहब भी आए हुए हैं। मस्जिद क्यों बनाने हैं ਤੇ ਮਸਜਿਦ ਦਾ ਫੰਕਸ਼ਨ ਕੀ ਹੈ, ਵੀ ਮਸਜਿਦ ਦਾ ਕਰਨਾ ਕੀ ਹੈ। ਅਗਰ ਇਹ ਗੱਲ ਸਮਝ ਆ ਗਈ ਕਿ ਮਸਜਿਦ ਕਿਉਂ ਬਣਾਣੀ ਕੀ ਹੈ, ਮਸਜਿਦ ਦੀ ਲੋੜ ਕੀ ਹੈ ਔਰ ਮਸਜਿਦ ਬਣਾਉਣ ਤੋਂ ਬਾਅਦ ਉਹਦਾ ਇਸਤੇਮਾਲ ਕਿੱਦਾਂ ਕੀਤਾ ਜਾਂਦਾ ਹੈ, ਤਾਂ ਮੈਂ ਸਮਝਦਾ ਹਾਂ ਕਿ ਸਾਡਾ ਇੱਥੇ ਆਣਾ ਔਰ ਆਪਸ ਦੇ ਵਿੱਚ ਬੈਠਣਾ ਔਰ ਰਕਮ ਇਕੱਠੀ ਕਰਨਾ ਉਹ ਕਿਸੇ ਪਾਸੇ ਲੱਗੇਗਾ, ਸਮਝ ਆਏਗੀ ਕਿ ਵੀ ਅਸੀਂ ਕੀ ਕਰਨਾ ਕੀ ਚਾਹੁੰਦੇ ਹਾਂ। अगर असी विश्व का इतिहास चाहते हैं तो मस्जिद की इब्तदा जी है और हज़रत मुहम्मद साहब सल्लल्लाहु अलैहि वसल्लम ने अपने जीवन च की। मुहम्मदुर रसूलुल्लाह जब दुनिया च आए तो उन्होंने आने तो पहला पूरी दुनिया के हालात जिहड़े सी वो इंसानियत के लिहाज नाल रजवाड़ियां के हालात सी। बहुत बड़े बड़े नवाबा दे, खान साहबा दे, जिन्होंने इंसान को इंसान नहीं समझे। इस्लाम ने की किया पूरी दुनिया को, इस्लाम की चाहता है। और अगर मैं पंजाबी होने के नाते गल करा तो पहली पातशाही धन धन गुरु नानक देव जी ने जिहड़ा सुनेहा दिता और शेख बाबा फरीदुद्दीन शकरगंजी रहमतुल्लाह अलैह ने जो आइडियल पेश किया है, अगर उसकी बुनियाद वाल देखते हैं तो मुहम्मद रसूलुल्लाह अज तो 1450 साल पहला पैदा होंगे ने तो मक्के की हालत यह है कि जे किसी के घर धी जमदी है ना जी, उन्होंने भज के जाके धक्के नाल अपनी जनानी को खो के रेते च दब के आंदा है कि किसी को अपना जवाई बनाना पड़ेगा, इसलिए इन्हों अज ही मार दिता जाए। मक्के तो थोड़ा जिहा अगे 500 किलोमीटर एक शहर है यशरफ, जिन्होंने हुण मदीना कहने। जे दो भरावां च लड़ाई हो जाती है तो अगे नस्लां तक चलती है, हर नस्ल के एक दो लोग दूसरे को कतल करते हैं। मरते हुए अपने 5 साल के न्याणे नूं भी कह के मरते कि जवान हो के फलाने का मुंडा जिहड़ा मारना है। वो तो होर 1000 किलोमीटर अगे चल जाइए, कैसरो किसरा जिन्हों अज ईरान और इराक कहने, अग की पूजा होंगी है। बादशाह का हुक्म है लोगों के खत्तियां च काम करो तो जो कुछ उगता है वो अपना जो खा सकते हो खाओ, बाकी 100% लिया के सरकारी खजाने च जमा करो, लेकिन तुहानू शहरां जाण की इजाजत नहीं है क्योंकि जमीनों का मालिक बादशाह है बस। वो तो और 1000 किलोमीटर अगे चले जाओ, ताशकंद बुखारा जिन्होंने हुण तुसीं रशिया कहने हो,
ਜਿਹੜੇ ਉੱਥੇ ਦੇ ਬੜੇ ਬੜੇ ਬਾਦਸ਼ਾਹ ਨੂੰ ਜ਼ਾਰ ਕਹਿੰਦੇ ਉਸ ਸਮੇਂ, ਉਹਨੇ ਕਿਹਾ ਕਿ ਲੋਕਾਂ ਦੇ ਪੈਰਾਂ 'ਚ ਬੇੜੀਆਂ ਪਾਓ, ਇਹਨਾਂ ਦਾ ਮੁੱਲ ਵਧੀਆ ਮਿਲਦਾ ਹੈ। ਜਿਸ ਤਰ੍ਹਾਂ ਅਸੀਂ ਬਾਜ਼ਾਰਾਂ 'ਚ ਜਾ ਕੇ ਅੱਜ ਦੀ ਟਾਈਮ 'ਚ ਡੰਗਰ ਖਰੀਦਦੇ ਹਾਂ, ਬਕਾਇਦਾ ਲੋਕਾਂ ਦੀ ਮੰਡੀਆਂ ਲਾਈਆਂ ਜਾਂਦੀਆਂ। ਰਾਤ ਨੂੰ ਪਿੰਡਾਂ ਤੇ ਹਮਲਾ ਕੀਤਾ, ਲੋਕੀ ਇਕੱਠੇ ਕੀਤੇ, ਪੈਰਾਂ 'ਚ ਬੇੜੀਆਂ ਪਾਈਆਂ, ਮੂੰਹ ਉਹਨਾਂ ਦੇ ਦਾਗ ਦਿੱਤੇ ਲੋਹੇ ਦੇ ਨਾਲ, ਤਾਂ ਕਿ ਪਤਾ ਲੱਗੇ ਇਹ ਗੁਲਾਮ। ਉਸ ਤੋਂ ਥੋੜਾ ਹੋਰ ਅੱਗੇ ਚਲੇ ਜਾਓ, ਚਾਈਨਾ, ਉੱਥੇ ਤਾਂ ਬਾਦਸ਼ਾਹ ਦਾ ਹੁਕਮ ਹੈ ਕਿ ਗਰੀਬ ਆਦਮੀ ਜਿਹੜਾ ਉਹ ਆਦਮੀ ਨਹੀਂ ਹੈ। ਸ਼ਹਿਜ਼ਾਦਿਆਂ ਦਾ ਦਿਲ ਚਾਹੁੰਦਾ ਹੈ ਕਿ ਅਸੀਂ ਤੜਪਦੇ ਹੋਏ ਲੋਕਾਂ ਨੂੰ ਦੇਖੀਏ, ਤੇ ਮੰਗੋਲ ਕੀ ਕਰਦੇ ਕਿ 150 ਬੰਦੇ ਫੜ ਲੈਂਦੇ ਸ਼ਹਿਜ਼ਾਦਿਆਂ ਦਾ ਦਿਲ ਖੁਸ਼ ਕਰਨ ਦੇ ਲਈ। ਬਾਦਸ਼ਾਹ ਦਾ ਉਹਨਾਂ ਦੀ ਗਰਦਨਾਂ ਉਤਾਰੀਆਂ ਜਾਂਦੀਆਂ ਤਾਂ ਕਿ ਉਹ ਬੱਚੇ ਤੜਪਦੀ ਲਾਸ਼ਾਂ ਦੇਖ ਕੇ ਖੇਲ ਸਕਣ। ਉੱਥੋਂ ਕਿ ਆ ਜਾਓ ਇਸ ਮੁਲਕ 'ਚ ਜਿੱਥੇ ਅਸੀਂ ਰਹਿੰਦੇ ਹਾਂ, ਹਾਲਤ ਇਹ ਹੈ ਕਿ ਖੂਹ ਹੈ, ਲੇਕਿਨ ਇੱਕ ਖੂਹ 'ਚੋਂ 2 ਰੰਗ ਔਰ ਨਸਲਾਂ ਦੇ ਲੋਕ ਪਾਣੀ ਨਹੀਂ ਪੀ ਸਕਦੇ। ਪੰਗਡਾਡੀ ਬਣੀ ਹੋਈ ਹੈ, ਲੇਕਿਨ ਜਿਹੜਾ ਵੱਡੀ ਜ਼ਾਤ ਦਾ ਬੰਦਾ ਬਸ ਉਹੀ ਤੁਰ ਸਕਦਾ ਹੈ, ਨੀਵੀਂ ਜ਼ਾਤ ਵਾਲਾ ਬੰਦਾ ਉਸ ਦੇ ਉੱਤੇ ਚੱਲ ਨਹੀਂ ਸਕਦਾ। ਇਤਮਾਨ ਨਾਲ ਸੁਣੋ, ਇਨਸਾਨ ਜਿਹੜਾ ਹੈ ਉਹ ਅੱਲਾਹ ਤਬਾਰਕ ਤਾਲਾ ਨੇ ਤਾਂ ਪੈਦਾ ਕੀਤਾ ਹੈ ਕਿ ਉਹ ਆਪਣੀ ਹੀ ਜਿਉਣ ਦੀ, ਆਪਣੇ ਹੀ ਦੂਸਰੇ ਲੋਕਾਂ ਦੀ ਮਦਦ ਕਰੇ। ਔਰਤਾਂ ਖਾਸ ਕਰ ਜਿਹੜੀਆਂ ਨੇ ਉਹ ਅਲੱਗ-ਅਲੱਗ ਡੇਰਿਆਂ ਤੇ, ਮਸਜਿਦਾਂ, ਗੁਰਦੁਆਰਾ ਸਾਹਿਬ ਜਾਂ ਕਿਸੇ ਲੋਕਾਂ ਕੋਲ ਜਾਂਦੇ ਨੇ। ਸਿਆਣੇ ਜਿਹਨੂੰ ਤੁਸੀਂ ਪੰਜਾਬੀ 'ਚ ਕਹਿੰਦੇ ਕਿ ਵੀ ਸਾਡਾ ਫਲਾਨਾ ਕੰਮ ਇਦਾਂ ਹੋ ਗਿਆ, ਫਲਾਨਾ ਇਦਾਂ ਹੋ ਗਿਆ। ਪਹਿਲਾਂ ਤਾਂ ਗੱਲ ਇਹ ਵੀ 70% ਤੱਕ ਕਿਸੇ ਵੀ ਬੰਦੇ ਤੇ ਜਾਦੂ ਨਹੀਂ ਹੁੰਦਾ। ਕੋਈ ਟੂਣਾ ਜਿਹੜਾ ਹੈ ਉਹ ਕੋਈ ਚੀਜ਼ ਨਹੀਂ, ਇਹ ਸਾਡੇ ਵਹਿਮ। ਅੱਛਾ, ਕਈ ਲੋਕਾਂ ਨੂੰ ਹੁੰਦਾ ਕਿ ਵੀ ਸਾਡੇ ਫਲਾਣੇ ਰਿਸ਼ਤੇਦਾਰਾਂ ਨੇ, ਤੇ ਹੁਣ ਜਿਹੜੇ ਲੋਕ 2 ਤਰ੍ਹਾਂ ਦੇ ਲੋਕ ਹੁੰਦੇ। ਇੱਕ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਹੈ ਜਾਨ, ਨੀਮ ਮੁੱਲਾ ਖਤਰਾ ਹੈ ਈਮਾਨ। ਮਤਲਬ ਅਗਰ ਡਾਕਟਰ ਆਰਐਮਪੀ ਹੋਏਗਾ ਤੇ ਤੁਹਾਡੀ ਜਾਨ ਨੂੰ ਖਤਰਾ, ਉਹਨੇ ਪਤਾ ਨਹੀਂ ਕਿਹੜਾ ਟੀਕਾ ਲਾ ਦੇਣਾ ਤੁਹਾਨੂੰ। ਤੇ ਇਦਾਂ ਹੀ ਅਗਰ ਧਾਰਮਿਕ ਆਗੂ ਜਿਹੜਾ ਹੈ ਉਹ ਪਰਪੱਖ ਨਹੀਂ ਹੈ, ਉਹਨੇ ਮੁਹੱਬਤ ਵੰਡਣ ਦੀ ਬਜਾਏ ਨਫ਼ਰਤ ਵੰਡ ਦੇਣੀ। ਜਿੱਦਾਂ ਮੇਰੇ ਕੋਲ ਕੋਈ ਆਇਆ ਤੇ ਮੈਨੂੰ ਐ ਲੱਗੂਗਾ ਵੀ ਇਹ ਬੀਬੀ 500,000 ਖਰਚ ਸਕਦੀ, ਮੈਂ ਕਹਿੰਦਾ ਅੱਛਾ ਤੁਹਾਡੇ ਨਾਂ ਘਰ 'ਚ ਫਲਾਣਾ ਫਲਾਣਾ, ਹਾਂ ਮੈਂ ਕਹਿੰਦਾ ਅੱਛਾ ਫਲਾਨੀ ਤੇਰੀ ਦੇਵਰਾਨੀ ਤੇਰੇ ਕਰਾਂਦੀ ਪਈ ਹੈ, ਭਾਵੇਂ ਉਹ ਨਹੀਂ ਕਰਾ ਰਹੀ, ਆਪਣੇ 1000 ਰੁਪਏ ਖਰੇ ਹੋ ਗਏ, ਇਹਦੇ ਦਿਲ 'ਚ ਉਹਦੇ ਲਈ ਨਫ਼ਰਤ ਪੱਕੀ ਹੋ ਗਈ। ਯਾਨੀ ਜਿਹੜੇ ਸਿਆਣੇ ਲੋਕ ਵੀ ਇਹ ਬਣੇ ਹੋਏ ਡੁਪਲੀਕੇਟ, ਉਹ ਵੀ ਨਫ਼ਰਤ ਦਾ ਵਪਾਰ ਕਰ ਰਹੇ। ਬਹੁਤ ਸਾਰੀ ਦੁਆਵਾਂ ਤੁਸੀਂ ਰੋਜ਼ ਮੰਗਦੇ ਹੋ, ਤੁਸੀਂ ਰੋਜ਼ ਦੁਆ ਕਰਦੇ ਹੋ ਕਿ ਯਾ ਅੱਲਾ ਸਾਡੀ ਫਲਾਨੀ ਦੁਆ ਕਬੂਲ ਹੋ ਜਾਏ, ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਦੇ ਹੋ, ਦੁਆ ਕਬੂਲ ਨਹੀਂ ਹੁੰਦੀ। ਦੁਆ ਇਸ ਲਈ ਨਹੀਂ ਕਬੂਲ ਹੁੰਦੀ, ਹੁਣ ਡਾਕਟਰ ਦੇ ਤੁਸੀਂ ਜਾਓ, ਡਾਕਟਰ ਕਹੇ ਵੀ ਤੁਹਾਡੇ ਬੱਚੇ ਨੂੰ ਬੁਖਾਰ ਹੈ, ਇਹਨੂੰ ਆ 2-2 ਗੋਲੀਆਂ ਖਵਾਓ, ਤੇ ਤੁਸੀਂ ਕਦੀ ਅੱਜ ਤੱਕ ਇਦਾਂ ਕੀਤਾ ਹੈ ਕਿ ਵੀ ਉਹ ਬੁਖਾਰ ਦੀਆਂ ਗੋਲੀਆਂ ਲਿਆ ਕੇ ਟੰਗ ਦਿੱਤੀਆਂ ਹੋਣ ਦਰਵਾਜ਼ੇ ਨਾਲ? ਅਗਰ ਤੁਸੀਂ ਦਵਾਈ ਡਾਕਟਰ ਤੋਂ ਲਿਆ ਕੇ ਘਰ 'ਚ ਟੰਗ ਦਿਓ ਉਹਨੂੰ ਕੀਲੀ ਨਾਲ, ਔਰ ਸੋਚੋ ਵੀ ਬੁਖਾਰ ਉਤਰ ਜਾਏਗਾ, ਤੇ ਸਾਰੇ ਘਰ ਦੇ ਕਹਿਣਗੇ ਵੀ ਇਹ ਕਮਲੀ ਹੈਗੀ ਆ, ਵੀ ਦਵਾਈ ਜਾਤੀ ਖਵਾਵਾਂਗੇ ਨਹੀਂ ਤੇ ਬੁਖਾਰ ਨਹੀਂ ਉਤਰੇਗਾ। ਫਿਰ ਇਹ ਕਿੱਦਾਂ ਹੋ ਸਕਦਾ ਹੈ ਕਿ ਕੋਈ ਬੰਦਾ ਕੁਝ ਤੁਹਾਨੂੰ ਲਿਖ ਕੇ ਦੇ ਦੇਵੇ ਤੇ ਮੈਂ ਉਹਨੂੰ ਟੰਗ ਦੇਵਾਂ ਤੇ ਉਹਦੇ ਨਾਲ ਤੁਹਾਡਾ ਬੁਖਾਰ ਉਤਰ ਜੇ, ਪਰੇਸ਼ਾਨੀ ਚਲੀ ਜਾਏ। 21ਵੀਂ ਸਦੀ 'ਚ ਜੀਣ ਦੇ ਬਾਵਜੂਦ ਅਗਰ ਹੁਣ ਵੀ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹਾਂ, ਦੁਆ ਕਿਉਂ ਨਹੀਂ ਕਬੂਲ ਹੁੰਦੀ? ਉਹਨਾਂ ਨੂੰ ਸੁਣੋ। ਦੁਆ ਇਸ ਲਈ ਕਬੂਲ ਨਹੀਂ ਹੁੰਦੀ, ਅਸੀਂ ਕਿਸੇ ਵੀ ਆਪਣੇ ਰਿਸ਼ਤੇਦਾਰ ਨੂੰ ਜਾਂ ਆਪਣੇ ਤੋਂ ਮਾਤੜ ਬੰਦੇ ਨੂੰ ਜ਼ਿੰਦਗੀ 'ਚ ਕੋਈ ਐਸੀ ਤਕਲੀਫ ਪਹੁੰਚਾਉਂਦੇ ਆ ਕਿ ਅਸੀਂ ਭੁੱਲ ਜਾਂਦੇ ਆ, ਉਹ ਯਾਦ ਰੱਖਦੇ। ਐਸੇ ਬੰਦੇ ਤੇ ਕਦੀ ਜ਼ੁਲਮ ਨਾ ਕਰੋ ਜਿਹੜਾ ਤੁਹਾਡੇ ਜ਼ੁਲਮ ਦਾ ਜਵਾਬ ਨਹੀਂ ਦੇ ਸਕਦਾ। ਐਸੇ ਬੰਦੇ ਦੇ ਖਿਲਾਫ ਕੋਈ ਐਸੀ ਗੱਲ, ਉਹਦੇ ਦਿਲ ਨੂੰ ਤਕਲੀਫ ਨਾ ਪਹੁੰਚਾਓ। ਅਸੀਂ ਜਿੰਨੀਆਂ ਦੁਆਵਾਂ ਕਰਦੇ ਆ, ਵੱਡੇ ਵੱਡੇ ਵਲੀਆਂ ਨੂੰ ਕਹਿੰਦੇ ਦੁਆ ਕਰੋ, ਤੇ ਉਹ ਜਦੋਂ ਦੁਆ ਉੱਤੇ ਜਾਂਦੀ ਹੈ ਤੇ ਰਸਤੇ 'ਚ ਮਜ਼ਲੂਮ ਜਿਹੜਾ ਹੈ ਉਹਦੀ ਜਿਹੜੀ ਆਹ ਹੈ ਉਹ ਖੁਦਾ ਔਰ ਦੁਆ ਦੇ ਦਰਮਿਆਨ ਚੱਲਦੀ। ਇਹ ਦੁਆ ਕਦੀ ਕਬੂਲ ਨਹੀਂ ਜਦ ਤੱਕ ਅਸੀਂ ਆਪਣੇ ਦਿਲ ਨੂੰ ਸਾਫ਼ ਨਹੀਂ ਕਰਾਂਗੇ। ਅਗਰ ਦਿਲ ਸਾਫ਼ ਹੈ ਔਰ ਖੁਦਾ ਦੇ ਨਾਲ ਸਾਡਾ ਮਾਮਲਾ ਠੀਕ ਹੈ, ਫਿਰ ਕੋਈ ਜਾਦੂ ਟੂਣਾ ਨਹੀਂ ਕਰ ਸਕਦਾ। ਅੱਛਾ, ਅਗਰ ਕਿਸੇ ਨੇ ਜਾਦੂ ਟੂਣਾ ਕਰ ਹੀ ਦਿੱਤਾ ਹੈ ਤੇ ਫਿਰ ਉਹਦਾ ਹੱਲ ਕਿਉਂ ਨਹੀਂ ਲੱਭਦੇ? ਮੁਹੰਮਦੁਰ ਰਸੂਲੁल्लाह ਨੇ ਕਿਹਾ ਕਿ ਸਿਵਾਏ ਦੁਆ ਤੋਂ ਕੋਈ ਚੀਜ਼ ਤਕਦੀਰ ਨੂੰ ਬਦਲ ਨਹੀਂ ਸਕਦੀ। ਤਕਦੀਰ ਜੋ ਖੁਦਾ ਵੱਲੋਂ ਲਿਖ ਦਿੱਤੀ ਗਈ ਬਦਲੀ ਨਹੀਂ ਜਾਊਗੀ, ਲੇਕਿਨ ਰਸੂਲੁल्लाह ਨੇ ਕਿਹਾ ਦੁਆ ਇੱਕ ਐਸੀ ਤਾਕਤ ਹੈ ਕਿ ਉਹ ਤਕਦੀਰ ਨੂੰ ਬਦਲ ਦਿੰਦੀ ਹੈ। ਹੁਣ ਘਰ 'ਚ ਸਾਡੀ ਮਾਂ ਬੈਠੀ ਹੋਵੇ 90 ਸਾਲ ਦੀ, ਉਹਦੇ ਕੋਲ ਦੁਆ ਕਰਾਉਣ ਨਹੀਂ ਡਏ, ਬੁੜੀ ਦੇ ਮਰਨ ਦਾ ਇੰਤਜ਼ਾਰ ਕਰੀ ਜਾਂਦੇ ਤੇ ਬਾਬਿਆਂ ਦੇ ਜਾ ਕੇ ਮੱਥੇ ਟੇਕੀ ਜਾਂਦੇ ਵੀ 500 ਦੇ ਕੇ ਦੁਆ ਹੋ ਜਾਵੇ।
ਦੁਆ ਤਾਂ ਇਹਨੇ ਕਰਨੀ ਸੀ, ਜਿਹਦੀ ਮਾਂ ਜਿਹੜੀ ਘਰ 'ਚ ਬੈਠੀ ਇਹਨੇ ਦੁਆ ਕਰਨੀ ਸੀ, ਔਰ ਇਹਦੀ ਦੁਆ ਨਾਲ ਸਾਡਾ ਬੇੜਾ ਪਾਰ ਲੱਗਣਾ ਸੀ। ਘਰ 'ਚ ਜੇ ਪਿਓ ਹੈ, ਕੋਈ ਬਹੁਤ ਬੁੜਾ ਆਦਮੀ ਹੈ ਜਿਹਦੀ ਸੇਵਾ ਕਰਕੇ ਖੁਦਾ ਦਾ ਫਜ਼ਲ ਆਪਣੇ ਉੱਤੇ ਪਾ ਸਕਦੇ, ਉਹ ਨਹੀਂ ਕਰਦੇ ਪਏ, ਗਲਤ ਤਰੀਕਾ ਇਸਤੇਮਾਲ ਕਰਦੇ। ਬਸ ਉਹੀਓ ਗੱਲ ਹੋ ਗਈ ਵੀ ਡਾਕਟਰ ਕੋਲ ਜਾਣਾ, ਦਵਾਈ ਲੈਣੀ, ਦਵਾਈ ਖਾਣੀ ਨਹੀਂ। ਅੱਛਾ, ਕਿਸੇ ਨੂੰ ਸ਼ੂਗਰ ਹੋ ਗਈ ਹੋਵੇ, ਉਹਨੂੰ ਡਾਕਟਰ ਦਵਾਈ ਦੇ ਦੇ ਤੇ ਸ਼ੂਗਰ ਠੀਕ ਨਹੀਂ ਹੁੰਦੀ। ਕਿਉਂ ਨਹੀਂ ਠੀਕ ਹੁੰਦੀ? ਦਵਾਈ ਵੀ ਲੈ ਰਿਹਾ, ਰਸਗੁੱਲੇ ਵੀ ਖਾ ਰਿਹਾ, ਦਵਾਈ ਵੀ ਲੈ ਰਿਹਾ, ਜਲੇਬੀਆਂ ਵੀ ਖਾ ਰਿਹਾ। ਹੁਣ ਜੇ ਕੋਈ ਚੰਗਾ ਸਿਆਣਾ, ਨੇਕ ਲੋਕ ਵੀ ਹੁੰਦੇ ਅੱਲਾ ਵਾਲੇ, ਕੋਈ ਚੰਗਾ ਬੰਦਾ ਤੁਹਾਨੂੰ ਇਹ ਕਹਿੰਦਾ ਕਿ ਵੀ ਆਹ ਖੁਦਾ ਦਾ ਨਾਮ ਹੈ, ਇੰਨੀ ਦਫਾ ਪੜੋ, ਉਹਦੇ ਬਾਵਜੂਦ ਸਹੀ ਨਹੀਂ ਹੋ ਰਹੇ, ਇਹਦਾ ਮਤਲਬ ਦਵਾਈ ਤਾਂ ਖਾ ਰਹੇ, ਬਦਪਰਹੇਜ਼ੀ ਕਰ ਰਹੇ, ਮਤਲਬ ਹਰਾਮ ਮਾਲ ਅਸੀਂ ਖਾ ਰਹੇ ਹਾਂ, ਹਰਾਮ ਜ਼ਰੀਏ ਨਾਲ ਸਾਡੇ ਘਰ 'ਚ ਰਿਜ਼ਕ ਆ ਰਿਹਾ। ਅਸੀਂ ਆਪਣੇ ਪੜੋਸੀ ਦੇ ਲਈ ਆਪਣੇ ਦਿਲ 'ਚ ਨਫ਼ਰਤ ਰੱਖਦੇ ਹਾਂ, ਅਸੀਂ ਆਪਣੇ ਸ਼ਰੀਕਿਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ, ਅਸੀਂ ਆਪਣੇ ਸਕੇ ਭਾਈ ਭੈਣਾਂ ਦੇ ਲਈ ਉਹਨਾਂ ਦੇ ਵਫਾਦਾਰ ਨਹੀਂ ਹਾਂ। ਭਾਵੇਂ ਕਿ ਭਾਰਤ ਵਿੱਚ ਨਫ਼ਰਤ ਦੀ ਵਗਦੀ ਹਨੇਰੀ ਵਿਚਾਲੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅੱਤਵਾਦੀ ਚਿਹਰਿਆਂ ਦੇ ਵਜੋਂ ਪ੍ਰਚਾਰਿਆ ਗਿਆ, ਪਰ ਇਹ ਗੱਲ ਵੀ ਸੱਚ ਹੈ ਕਿ ਇਹ ਸਭ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਸਾਜ਼ਿਸ਼ ਦੇ ਅਧੀਨ ਹੀ ਅਜਿਹਾ ਹੁੰਦਾ ਆਇਆ ਹੈ। ਸਿੱਖਾਂ ਨੂੰ ਭੜਕਾਇਆ ਗਿਆ ਮੁਸਲਮਾਨਾਂ ਦੇ ਖਿਲਾਫ ਇਹ ਕਹਿ ਕੇ ਕਿ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਬੁਰਾ ਵਤੀਰਾ, ਬੁਰਾ ਸਲੂਕ ਕੀਤਾ ਹੈ। ਬਹੁਤ ਸਾਰੇ ਸਿੱਖਾਂ ਦੀਆਂ ਸ਼ਹਾਦਤਾਂ ਮੁਸਲਮਾਨਾਂ ਨੇ ਕੀਤੀਆਂ ਨੇ, ਮੁਸਲਮਾਨਾਂ ਨੇ ਉਹਨਾਂ ਦੀਆਂ ਜਾਨਾਂ ਲਈਆਂ ਨੇ, ਪਰ ਕੋਈ ਵੀ ਸਿੱਖ ਜਿਹੜਾ ਆ ਉਹ ਇਸ ਕਰਕੇ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਕਿ ਕੋਈ ਹਿੰਦੂ ਹੈ ਜਾਂ ਫਿਰ ਕੋਈ ਮੁਸਲਮਾਨ। ਇਹ ਸਿੱਖ ਜਿਹੜਾ ਹੈ ਉਹ ਤਾਂ ਹਰ ਇੱਕ ਨੂੰ ਇੱਕ ਇਨਸਾਨ ਦੇ ਰੂਪ ਵਿੱਚ ਦੇਖਦਾ ਹੈ, ਤੇ ਇਸੇ ਹੀ ਸਿਧਾਂਤ ਨੂੰ ਉਤੋਰਦੇ ਹੋਏ ਜਿਹੜੀ ਇੱਕ ਵੱਖਰੀ ਮਿਸਾਲ ਆ, ਸਾਂਝ ਦੀ ਮਿਸਾਲ ਆ, ਉਹ ਹੁਣ ਪਿੰਡ ਪਲੂਰ ਜ਼ਿਲ੍ਹਾ ਮੋਗਾ ਦੇ ਸਿੱਖਾਂ ਦੇ ਵੱਲੋਂ ਪੇਸ਼ ਕੀਤੀ ਗਈ ਹੈ, ਜਿੱਥੇ ਕਿ ਮਾਨਵਤਾ ਦੇ ਸਾਂਝੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਮਸੀਤ ਦੇ ਉਦਘਾਟਨ ਦਾ ਪ੍ਰੋਗਰਾਮ ਕੀਤਾ ਗਿਆ ਤੇ ਸੰਪੂਰਨ ਕੀਤਾ ਗਿਆ।